ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧि ਸਮਝਾਵੋ। हम ज्ञान अलप मत थोड़ी तुम आपन बिरद रखाओ। तुमरी शरण तुम्हारी आशा तुम ही सजन सुहेले। राखो राखण हार दयाला नानक करके गोले। जी राखो राखण हार दयाला नानक करके गोले। वाहिगुरु जी का खालसा वाहिगुरु जी की फतेह। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਹੋਈ ਹੈ, ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਗੁਰੂ ਸਾਹਿਬ ਆਪ ਕਿਰਪਾ ਕਰਕੇ ਵਿਚਾਰਨ ਦੀ ਸਤਿਗੁਰੂ ਸਮਰੱਥਾ ਬਖਸ਼ਿਸ਼ ਕਰਨ। ਆਓ ਕੁਝ ਸਮਾਂ ਗੁਰਬਾਣੀ ਵਿਚਾਰ ਨਾਲ ਜੁੜ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਮਨ ਨੂੰ ਆਵਾਜ਼ ਮਾਰੀਏ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਨਾ ਸਵਾਰਨਾ। ਆਓ ਸਤਿਗੁਰੂ ਰਹਿਮਤ ਕਰਨ। ਆਪਣੇ ਮਨ ਦੇ ਟਿਕਾਅ ਵਿੱਚ, ਮਨ ਦੀ ਗਹਿਰਾਈਆਂ ਵਿੱਚੋਂ ਸਾਰੇ ਇੱਕ ਵਾਰੀ ਕਹੋ, ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਪਿਆਰੀ ਸਾਧ ਸੰਗਤ ਜੀਓ, ਅਸੀਂ ਸੰਸਾਰ ਵਿੱਚ ਕਿਵੇਂ ਆਏ ਹਾਂ ਇਹ ਕਿਸੇ ਨੂੰ ਵੀ ਨਹੀਂ ਪਤਾ। ਔਰ ਅਸੀਂ ਜਦੋਂ ਇੱਥੋਂ ਜਾਣਾ ਹੈ ਤੇ ਕਿਵੇਂ ਤੇ ਕਿੱਥੇ ਜਾਣਾ ਹੈ ਇਹ ਵੀ ਨਹੀਂ ਕਿਸੇ ਨੂੰ ਪਤਾ। ਜਿਹੜੇ ਸਾਡੇ ਵਿੱਚੋਂ ਬਜ਼ੁਰਗ ਚਲੇ ਗਏ ਨੇ, ਉਹ ਵੀ ਅੱਜ ਤੱਕ ਸਾਨੂੰ ਜਿਹੜੇ ਚਲੇ ਗਏ ਨੇ ਉਹ ਨਹੀਂ ਦੱਸ ਪਾਏ ਕਿ ਉਹ ਕਿੱਥੇ ਗਏ ਨੇ ਔਰ ਕਿਹੜੀ ਜਗ੍ਹਾ 'ਤੇ ਗਏ ਨੇ। ਪਰ ਜਿਉਂ-ਜਿਉਂ ਅਸੀਂ ਗੁਰਬਾਣੀ ਦੇ ਚਾਨਣ ਵਿੱਚ ਆਉਂਦੇ ਹਾਂ, ਗੁਰਬਾਣੀ ਦੇ ਗਿਆਨ ਪ੍ਰਕਾਸ਼ ਵਿੱਚ ਜਦੋਂ ਅਸੀਂ ਨਜ਼ਰ ਝਾਤ ਮਾਰਦੇ ਹਾਂ ਤੇ ਸਾਨੂੰ ਕਾਫੀ ਗੱਲਾਂ ਦਾ ਗਿਆਨ ਹੋ ਜਾਂਦਾ ਹੈ ਕਿ ਅਸੀਂ ਬੜੀਆਂ ਹੀ ਜੂਨਾਂ ਭੁਗਤ ਕੇ ਸੰਸਾਰ ਵਿੱਚ ਆਏ ਹਾਂ। ਔਰ ਜਦੋਂ ਮਨੁੱਖਾ ਦੇਹੀ ਅਸੀਂ ਪ੍ਰਾਪਤ ਕਰਨੀ ਸੀ, ਉਸ ਵੇਲੇ ਅਸੀਂ ਮਾਤਾ ਦੇ ਗਰਭ ਵਿੱਚ ਸਾਂ। ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ, ਸਾਜ ਸਾਜ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨੰ। ਜਦੋਂ ਜੀ ਦੀ ਰਚਨਾ ਪਰਮਾਤਮਾ ਨੇ ਕੀਤੀ ਨਾ,
ਉਹਨੂੰ ਮਾਤ ਗਰਭ ਦੇ ਵਿੱਚ ਪਿਤਾ ਦੇ ਬਿੰਦ ਤੇ ਮਾਤਾ ਦੇ ਰਕਤ ਦੇ ਸੰਯੋਗ ਨਾਲ ਮਾਤਾ ਦੇ ਗਰਭ ਵਿੱਚ ਉਸ ਨੂੰ ਠਹਿਰਾਵ ਕੀਤਾ। ਕਿਉਂਕਿ ਇਹ ਗੁਰਬਾਣੀ ਰਾਈ ਹੈ ਸਾਡਾ ਜਨਮ ਕਿਸ ਤਰ੍ਹਾਂ ਹੋਇਆ। ਮੁਖ ਤਲੇ ਪੈਰ ਉਪਰੇ, ਗੁਰਬਾਣੀ ਕਹਿੰਦੀ ਹੈ ਵਸੰਦੋ ਕੁਹੱਥੜੇ ਥਾਉ। ਸਾਡੀ ਹਾਲਤ ਪਤਾ ਕੀ ਸੀ? ਮਾਤਾ ਦੇ ਗਰਭ ਵਿੱਚ ਅਸੀਂ ਪੁੱਠੇ ਲਟਕੇ ਹੋਏ ਸਾਂ, ਲੱਤਾਂ ਸਾਡੀਆਂ ਉੱਪਰ ਤੇ ਸਿਰ ਥੱਲੇ। ਜਿਸ ਤਰ੍ਹਾਂ ਕਿਸੇ ਨੂੰ ਇਸ ਤਰ੍ਹਾਂ ਕਹਿ ਲਓ, ਜਿਸ ਤਰ੍ਹਾਂ ਕਿਸੇ ਨੂੰ ਸਜ਼ਾ ਦੇਣੀ ਹੋਵੇ। ਤੇ ਮਹਾਰਾਜ ਕਹਿੰਦੇ ਨੇ ਮੁਖ ਤਲੇ ਪੈਰ ਉਪਰੇ ਵਸੰਦੋ ਕੁਹੱਥੜੇ ਥਾਂ। ਬੜੀ ਹੀ ਗੰਦੀ ਥਾਂ ਤੇ ਅਸੀਂ ਵਾਸਾ ਸੀ ਜਦੋਂ ਅਸੀਂ ਸੰਸਾਰ ਵਿੱਚ ਨਹੀਂ ਆਏ। ਜੋ ਕੁਝ ਵੀ ਮਾਤਾ ਖਾ ਰਹੀ ਸੀ ਉਹ ਸਾਰਾ ਬੱਚੇ ਦੇ ਉੱਤੇ ਗਿਰ ਰਿਹਾ ਸੀ। ਔਰ ਦੇਖੋ ਅਸੀਂ ਜੋ ਕੁਝ ਵੀ ਖਾਂਦੇ ਹਾਂ ਉਹ ਭਸਮ ਹੋ ਜਾਂਦਾ ਹੈ, ਭਾਵ ਕਿ ਬਿਲਕੁਲ ਰਾਖ ਹੋ ਜਾਂਦਾ ਹੈ, ਮਲ ਮੂਤਰ ਬਣ ਜਾਂਦਾ ਹੈ। ਔਰ ਪਰਮਾਤਮਾ ਨੇ ਐਸੀ ਜੀ ਦੀ ਰਚਨਾ ਉੱਥੇ ਕੀਤੀ ਹੈ, ਪੁੱਠਾ ਲਟਕਿਆ ਗਰਭ ਜੋਨੀ ਵਿੱਚ, ਜਠਨੀ ਅਗਨ ਹੈ, ਬੜੀ ਐਸੀ ਤਾਪ ਦੇ ਅੰਦਰ ਜਿੱਥੇ ਮਾਂ ਜੋ ਖਾ ਰਹੀ ਉਹ ਭਸਮ ਹੋ ਰਿਹਾ ਹੈ। ਪਰ ਦੇਖੋ ਉਸ ਲੂਥੜਾ ਜੋ ਪਰਮਾਤਮਾ ਵੱਲੋਂ ਜੀ ਨੇ ਆਣਾ ਹੈ ਉਸ ਨੂੰ ਕੁਛ ਨਹੀਂ ਹੋ ਰਿਹਾ। ਤਾਂ ਹੀ ਹੁਣੇ ਸੋਦਰ 'ਚ ਪੜ੍ਹਿਆ ਨਾ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ। ਤੂੰ ਉੱਥੇ ਸਮਰੱਥ ਹੈ ਜਿੱਥੇ ਕਿਸੇ ਵੀ ਨੇ ਵੀ ਰਕਸ਼ਾ ਨਹੀਂ ਕੀਤੀ। ਅੱਜ ਤੇ ਜਿਹੜਾ ਦਿਨ ਹੈ ਅਸੀਂ ਕਹਿ ਦਿੰਦੇ ਹਾਂ ਕਿ ਭੈਣ ਦੀ ਰਕਸ਼ਾ ਕਰਾਂਗੇ, ਪਰ ਉਸ ਭੈਣ ਦੀ ਰਕਸ਼ਾ ਜਦ ਮਾਤਾ ਗਰਭ ਵਿੱਚ ਸੀ ਉਸ ਵੇਲੇ ਕੌਣ ਕਰ ਰਿਹਾ ਸੀ? ਸਤਿਗੁਰੂ ਸਾਡਾ ਧਿਆਨ ਉਧਰ ਲਾਣਾ ਚਾਹੁੰਦੇ ਨੇ ਕਿ ਭਾਈ ਤੇਰੇ ਜਨਮ ਸੰਸਾਰ ਦੇ ਆਉਣ ਤੋਂ ਪਹਿਲਾਂ परमात्मा तेरी उस गर्भ अग्नि दे विच भी माता के उदर में प्रतपाल करे सो क्यों मनो विसारी है। मनो क्यों विसारिए एवड़ दाता जे अगन में आहार पहुंचावे। उसनु को पो न सकी जिसनु अपनी लिव लावे। अपनी लिव आपे लाए गुरमुख सदा संभाली है। कहे नानक एवड़ दाता सो क्यों मनो विसारिए। उस अग्नि जठर दे विच परमात्मा ने अपना हाथ दे के रखिया। नानक सो धनी क्यों विसारे हो उधरे जिस दे नाए। महाराज कहते ने उसनू क्यों विसार रहे हैं। और उसके अंदर तू जितना समा माता दे गर्भ विच रहा तू इको ही अरदासां बेनतियां कर रहे सन, महाराज इस गर्भ जोनी विचों मैनू कढ दो, मैं तुहाडा संसार विच आके नाम श्वास श्वास जपांगा। हर एक जी ने एक प्रॉमिस किया है। असन बसन संग लीने बचन कीने जन्म लै साध संग श्री गुरु आराध है। भाई गुरदास जी कहते ने परमात्मा तू सानू एक वादा कर, साडा रहन दा खाण दा इंतजाम तू करेगा ते संसार दे विच जद असी आवांगे ते असी प्रॉमिस करने हाँ कि असी तेरा नाम श्वास श्वास जपांगे। ते अपने मन की पत्री नूं वाचीए। असी उस वादे की किथे वादा खलासी तो नहीं कर रहे। अपने मन की पत्री नूं तुसी अपनी देखना है, मैं अपने मन नूं देखना है। तुहाडा मन तुहाडी अंदर दी जानदा है या परमात्मा जानदा है। मेरा मेरी मन की जानदा है या परमात्मा जानदा है। महाराज कहते ने उस धनी नूं उस परमात्मा नूं क्यों विसार रहे हैं जिस दे सदके तू तेरा इस संसार विच आउणा होया है। ये ते गल सी जदों असी जन्म लैण तो पहला। पर असी जदों इथों दी जाना है, मैं भी जाना है, तुसी भी जाना है, क्योंकि जो आया सो चल सी, सब कोई आई वारी है। इत्थे जिन्ने भी आए ने ना
राणा राव नाको रहे रंग न तुंग फकीर, वारी आपो अपनी कोई न बंदे धीर। कोई धीरज देन वाला नहीं। धीरज कौन देगा? उन्हें आप ही नहीं रहना, तो वो धीरज सानू किस तरह देगा? भाई कोई नहीं, तू चिंता ना कर, क्योंकि उन्हें आप ही स्थिर नहीं है। ये संसार सब जग चलनहार, ये सारा संसार ने टुर जाना है। और गुरु साहब अज सानू इस गल का ध्यान दे रहे हैं, दवा रहे हैं कि मना एक गल याद रख, तैनू पता है तू संसार विचों जदों जाना है, उस वेले तैनू पता है तू किहड़े भीड़े रस्ते तो जाना है। आया तू किन्ने गंदे रस्ते तो सी, उत्थे ते अरदासां करके तू संसार विच आ गया। इत्थे आके तू बंदगी, परमात्मा दा नाम, सत संगत नहीं कीती। इहां आए दाता बिसराए, दासी लपटाए। मारे कहंदे ने इत्थे आके, इहां आए संसार विच आके दासी लपटाए, दाता नूं विसार के माया विच लिपट गया। भुल गया मरना, साच मरनो विसार। जीवन मिथ्या संसार। झूठे नूं तू सच समझ लिया, सच नूं तू झूठ समझ लिया, राम नूं पराया समझ लिया, और जो पराए सी उन्होंने अपना समझ लिया। हुण विचार करन दी इह कि असीं हुण किस रस्ते तो जाना है। देखो ना, मन्नू पता है मेरे बाद मेरा की हाल होना है, तुहाडा की हाल होना है। ये ते जेहा बीजे सो लूणे, कर्मा संदड़ा खेत। गुरु साहब कह रहे ने, मैं नहीं कह रहा। किसी नूं मेरी गल लगे ना, देखो असी बड़े भीड़े रस्ते तो जाना जे। उस भीड़े रस्ते जान वास्ते हुण कोई तुहानूं कोई छोटी जिहा सुराख होवे ते तुसी ओहदे विच वड्डा सारा कोई समान कढ़ना होवे, निकल सकदा है? नैवर। पता क्यों? कबीर साहब कह रहे हैं, मैं नहीं कह रहा। कबीर साहब ने, कबीर मुकत द्वारा संकुरा, वाह, राई दसें भाए। कहते जिहड़ा मुक्ति का द्वार ही ना संकुरा है। संकुरा पता है? राई, बड़ा भीड़ा, भीड़ा होंदा संकुरा जिहा, बिल्कुल भीड़ा। राई जिहड़ी घरां विच असीं यूज करी दी, राई कितनी छोटी जी होंदी है। मारे कहते ने कबीर साहब, ओहदा भी 10वां हिस्सा कर लो। वाह, राई का 10वां हिस्सा, राई कितनी छोटी है, बरीक है, ते ओहदा 10वां हिस्सा कर लो, वो मुक्त द्वार है साडा। ते कबीर साहब कहते ने, मन तो मैगल होए रहे हो, निकसियो क्यों कह जाए। मन नूं तू हाथी वर्गा कर लिया, ते निकलना तू राही दे जिहड़ा छोटा जिहा दाना है, राई का 10वां हिस्सा है। क्योंकि जदों असीं संसार विचों जाना है ना, ते मनु खिमा कर देना, मेरे समेत उस वेले पता की होना है, उस द्वारे लंघना पैना है। क्योंकि साडा सूक्ष्म शरीर जांदा है, ते मैं पहला ही हाथी वर्गा बन गया। हुण हाथी बन के मैं एक राही दे 10वें हिस्से विचों किवें निकल सकना? तुसीं भी सोचो, मैं भी सोचां। द्वारा बहुत छोटा है। ते कबीर साहब कहंदे फिर की हाल है ओहदा? हल देखो, हुण मैं मन ते असमान ते चढ़ा दिया, मैं वो वां, मैं वो वां, मेरा वो ओहदा है, मेरे नाल मैं लगा के असी मन नूं इन्ना वड्डा बना लिया, हाथी वर्गा बना लिया। वो भाई हुण संसार विचों एक छोटे जे राई दे 10वें हिस्सों निकलना है, ते मन किवें निकलेगा? मन नूं तू भारा कर लिया इन्ना गंदे विचारां नाल, बुरे बोल करके, किसे दा माड़ा सोच के, किसे नाल ठगी मार के मन नूं तू हाथी बना दिता है। ते फिर अरदास कीती, गुरु साहब कोई मैनू रस्ता दसो, मैं भी निकलना चाहना, मैं भी मुक्त पाना चाहना, मैं भी बहुत जन्म बिछड़े थे माधो,
मैं भी ਹੁਣ ਬਹੁਤ ਜਨਮਾਂ ਦਾ ਵਿਛੜਿਆ ਹੋਇਆ ਹਾਂ, ਮੇਰੇ ਤੇ ਕਿਰਪਾ ਕਰ ਦਿਓ। ਤੇ ਕਬੀਰ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਮਾਨੋ ਹਰ ਹੈ ਖਾਂਡ ਰੇਤ ਮੇ ਬਿਖਰੀ। ਕਹਿੰਦੇ ਨੇ ਕਬੀਰ ਸਾਹਿਬ ਇੱਕ ਉਦਾਹਰਨ ਦਿੰਦੇ ਨੇ, ਹਰੀ ਹੈ ਨਾ, ਹਰੀ ਰੱਬ, ਉਹ ਖੰਡ ਹੈ, ਖੰਡ ਇਸ ਤਰ੍ਹਾਂ ਸਮਝ ਲਓ। ਤੇ ਉਹ ਖੰਡ ਨਾ ਰੇਤ ਦੇ ਵਿੱਚ ਮਿਲ ਗਈ ਹੈ। ਧਿਆਨ ਦੇਣਾ, ਹਰ ਹੈ ਖਾਂਡ, ਮੈਂ ਆਰਾਮ ਨਾਲ ਸੌਖਾ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਹਰ ਹੈ ਖਾਂਡ, ਹਰੀ ਖੰਡ ਹੈ, ਮਿੱਠਾ ਹੈ, ਛੋਟਾ ਛੋਟਾ ਮਿੱਠਾ ਕਿੰਨਾ ਕੁ ਹੁੰਦਾ ਹੈ, ਉਹ ਖੇਤ ਵੀ ਵਾਹਿਗੁਰੂ ਰੇਤ ਵਿੱਚ ਮਿਲ ਜਾਏ। ਹਰ ਹੈ ਖਾਂਡ ਰੇਤ ਮੇਂ ਬਿਕਰੀ, ਹਾਥੀ ਚੁਣੀ ਨਾ ਜਾਏ। ਹਾਥੀ ਨੂੰ ਕਹੋ ਬਈ ਰੇਤ ਦੇ ਵਿੱਚ ਖੰਡ ਪਈ ਏ, ਇਹਨੂੰ ਚੁਣ ਲੈ, ਹਾਥੀ ਤੇ ਪਰੇਸ਼ਾਨ ਹੋ ਜਾਏਗਾ। ਉਹ ਸੁੰਡ ਦੇ ਨਾਲ ਜਦੋਂ ਵੇਖੇਗਾ ਤੇ ਕੀ ਹੋਏਗਾ, ਉਹਨੂੰ ਕਹੋ ਜੀ ਵੀ ਇਹਦੇ ਚੋਂ ਖੰਡ ਚੁਣ, ਨਹੀਂ ਚੁਣੀ ਜਾਏਗੀ ਉਹਦੇ ਕੋਲ, ਉਹਨੇ ਫੂਕ ਮਾਰਨੀ, ਸਾਰਾ ਉੜ ਜਾਣਾ ਹੈ। ਕਿਉਂਕਿ ਮਨ ਨੂੰ ਅਸੀਂ ਮੈਗਲ ਕੀਤਾ, ਹਾਥੀ ਕੀਤਾ, ਕਿਵੇਂ ਚੁਣੀ ਜਾਏਗੀ। ਤੇ ਕਬੀਰ ਸਾਹਿਬ ਕਹਿੰਦੇ ਨੇ, ਕਹਿ ਕਬੀਰ ਗੁਰ ਭਲੀ ਬੁਝਾਈ। ਕਹਿੰਦੇ ਨੇ ਗੁਰੂ ਨੇ, ਮੈਂ ਜਦ ਸੰਗਤ ਵਿੱਚ ਆਇਆ, ਮੈਂ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ, ਗੁਰੂ ਨੇ ਮੈਨੂੰ ਗੱਲ ਬੜੀ ਚੰਗੀ ਤਰ੍ਹਾਂ ਸਮਝਾ ਦਿੱਤੀ। ਕਹਿ ਕਬੀਰ ਗੁਰ ਭਲੀ ਬੁਝਾਈ। ਕਹਿੰਦੇ ਨੇ ਜੇ ਉਹ ਰੇਤ ਦੇ ਵਿੱਚ ਮਿਲੀ ਹੋਈ ਖੰਡ ਨੂੰ ਖਾਣਾ ਚਾਹੁੰਦਾ ਹੈ ਨਾ, ਤੇ ਪਤਾ ਕੀ ਕਰ। ਕਹਿੰਦੇ ਨੇ ਕੀਟੀ ਹੋਏ ਕਹਿ ਖਾਏ, ਕੀੜੀ ਬਣ ਜਾ। ਦੇਖੋ ਕੀੜੀ ਨਾ ਰੇਤ ਦੇ ਵਿੱਚੋਂ ਖੰਡ ਚੀਨੀ ਖਾ ਲੇਗੀ, ਕੱਢ ਲੇਗੀ, ਕਿਉਂਕਿ ਉਹ ਕੀੜੀ ਬਣ ਗਈ ਹੈ। ਹਾਥੀ ਸੀ, ਉਹ ਨਹੀਂ ਚੁਣ ਸਕਿਆ, ਕੀੜੀ ਨੇ ਖਾ ਲਈ। ਇਹਦਾ ਭਾਵ ਪਤਾ ਕੀ ਹੈ, ਤੂੰ ਨਿਮਰਤਾ ਵਿੱਚ ਆ ਜਾ, ਨਿਮਾਣਾ ਹੋ ਜਾ। ਜਿਉਂ-ਜਿਉਂ ਤੂੰ ਨੀਵਾਂ ਹੁੰਦਾ ਜਾਏਗਾ, ਤਿਉਂ ਰੱਬ ਦਾ ਨਾਮ ਰੂਪੀ ਖੰਡ ਹੈ ਨਾ ਜਿਹੜੀ, ਉਹ ਤੂੰ ਚੁਣ ਲਏਗਾ। ਤੋ ਇਸ ਕਰਕੇ ਮਨ ਨੂੰ ਮੈਗਲ ਨਾ ਬਣਾਈਏ। ਸਾਡਾ ਰਸਤਾ ਬੜਾ ਹੀ ਕਠਨ ਹੈ ਅੱਗੇ, ਗੁਰਬਾਣੀ ਰਾਹੀਂ। ਦੇਖੋ ਜਿਹੜੇ ਗਏ ਨੇ ਉਹ ਦੱਸ ਨਹੀਂ ਪਾਏ, ਬੜੀ ਮਾਰ ਮਾਰ ਕੇ ਲੈ ਕੇ ਜਾਂਦੇ ਨੇ ਜੀ ਨੂੰ, ਜਿਹੜੇ ਇਸ ਸੰਸਾਰ ਵਿੱਚ ਆ ਕੇ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਜਪਦੇ, ਜਿਹੜੇ ਪ੍ਰਭੂ ਨੂੰ ਯਾਦ ਨਹੀਂ ਕਰਦੇ। ਔਰ ਜਿਹੜੇ ਯਾਦ ਕਰਦੇ ਨੇ ਨਾ, ਇੱਕ ਜਗ੍ਹਾ ਤੇ ਕਬੀਰ ਸਾਹਿਬ ਨੇ ਬੜਾ ਸੁੰਦਰ ਲਿਖਿਆ ਹੈ। ਕਹਿੰਦੇ ਤ੍ਰਿਲੋਚਨ ਜੀ ਨੇ ਨਾ ਭਗਤ ਨਾਮਦੇਵ ਦਾ ਬੜਾ ਸੁਣਿਆ ਕਿ ਨਾਮ ਜਪਦਾ ਰਹਿੰਦਾ ਹੈ, ਨਾਮ ਜਪਦਾ ਰਹਿੰਦਾ ਹੈ, ਕਿਉਂ ਨਾ ਮੈਂ ਦਰਸ਼ਨ ਕਰਕੇ ਆਵਾਂ। ਕਬੀਰ ਸਾਹਿਬ ਲਿਖਦੇ ਨੇ, ਕਬੀਰ ਮਾਇਆ ਮੋਹਿਆ ਕਹੈ ਤ੍ਰਿਲੋਚਨ ਮੀਤ। ਕਬੀਰ ਵਾਹਿਗੁਰੂ ਨਾਮਾ ਮਾਇਆ ਮੋਹਿਆ ਕਹੈ ਤ੍ਰਿਲੋਚਨ ਮੀਤ, ਕਾਹੇ ਛਿਪੋ ਛਾਈਲੇ ਰਾਮ ਨਾ ਲਾਵੋ ਚੀਤ। ਜਦ ਤ੍ਰਿਲੋਚਨ ਜੀ ਗਏ ਨਾ ਨਾਮਦੇਵ ਜੀ ਕੋਲ, ਤੇ ਵੇਖਿਆ ਕਿ ਨਾਮਦੇਵ ਨਾ ਕੱਪੜਿਆਂ ਦੀ ਛਪਾਈ ਕਰ ਰਿਹਾ। ਤੇ ਵੇਖ ਕੇ ਬੜੀ ਦੇਰ ਵੇਖਦਾ ਰਿਹਾ। ਕਹਿੰਦੇ ਨੇ ਇਹ ਤੇ ਬੜੇ ਵੱਡੇ ਭਗਤ ਨੇ, ਪਰ ਭਗਤੀ ਵਾਲੀ ਤੇ ਕੋਈ ਗੱਲ ਨਜ਼ਰ ਨਹੀਂ ਆ ਰਹੀ। ਇਹ ਤੇ ਕੰਮ ਦੇ ਵਿੱਚ ਰੁੱਝੇ ਹੋਏ ਨੇ, ਇਹ ਤੇ ਨਾਮ ਜਪ ਹੀ ਨਹੀਂ ਰਹੇ। ਰੁਕ ਗਏ। ਤ੍ਰਿਲੋਚਨ ਜੀ ਨੇ ਨਾਮਦੇਵ ਜੀ ਨੂੰ ਪੁੱਛਿਆ, ਕਿਉਂਕਿ ਇੱਕੋ ਸਮੇਂ ਦੇ ਮਤਲਬ ਕਿ ਕਾਲੀ ਇੱਕੋ ਸਮੇਂ ਦੇ ਦੋਨੋਂ ਭਗਤ ਹੋਏ ਨੇ। ਇਹ ਕਬੀਰ ਸਾਹਿਬ ਨੇ ਬਾਣੀ ਵਿੱਚ ਲਿਖਿਆ। ਤੇ ਉਸ ਵੇਲੇ ਰੁਕ ਕੇ ਤ੍ਰਿਲੋਚਨ ਜੀ ਨੇ ਕਿਹਾ, ਤੁਸੀਂ ਤੇ ਬੜੀ ਭਗਤੀ ਕਰਦੇ ਹੋ, ਨਾਮ ਜਪਦੇ ਹੋ, ਪਰ ਤੁਸੀਂ ਤੇ ਇਸ ਨਾਮਾ ਮਾਇਆ ਮੋਇਆ ਕਹੇ ਤ੍ਰਿਲੋਚਨ, ਤੁਸੀਂ ਤੇ ਮਾਇਆ ਦੇ ਵਿੱਚ ਖੱਚਤ ਹੋਏ ਪਏ ਹੋ। ਉਸ ਵੇਲੇ ਬੜਾ ਪਿਆਰ ਨਾਲ ਜਵਾਬ ਦਿੱਤਾ। ਭਗਤ ਨਾਮਦੇਵ ਜੀ ਕਹਿੰਦੇ, ਤ੍ਰਿਲੋਚਨ ਜੀ ਠੀਕ ਹੈ, ਮੈਂ ਕੰਮ ਕਰ ਰਿਹਾ ਹਾਂ, ਮੈਂ ਗ੍ਰਸਤੀ ਹਾਂ, ਪਰ ਮੇਰਾ ਜਿਹੜਾ ਕੰਮ ਇੱਕ ਮੇਰਾ ਕਿਰਤ ਹੈ। ਨਾਮਾ ਕਹੇ ਤ੍ਰਿਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮੇਰਾ ਜਿਹੜਾ ਚਿੱਤ ਹੈ ਨਾ, ਉਹ ਪਰਮਾਤਮਾ ਦੇ ਨਾਲ ਹੈ। ਮੈਂ ਉਸ ਚਿੱਤ ਤੇ ਪਰਮਾਤਮਾ ਦੇ ਨਾਲ ਰੱਖਿਆ। ਦੁਨੀਆ ਦੀ ਕਿਰਿਆ ਤੇ ਮੈਂ ਦੁਨੀਆ ਨਾਲ ਕਰਨਾ। ਮੈਂ ਦੁਨੀਆ ਵੇਖਣ ਵਿੱਚ ਲੱਗਦੀ ਏ ਕਿ ਮੈਂ ਸੰਸਾਰਿਕ ਕੰਮ ਕਰ ਰਿਹਾ,
पर मेरा जिहड़ा चित्त है ना वो परमात्मा दे नाम दे नाल है। जरूरी नहीं कि भरमे कपड़े पा के वही नाम जप सकते ने, नहीं, ऐसी गल नहीं है। नाम कोई भी जप सकता है किसी रूप विच। ये भी नहीं घर बार छड़ के गृहस्थी विच रह के नाम जपना है, वही तो औखा है। जे सारियां जिम्मेवारियां तो मैं अपनी रिस्पॉन्सिबिलिटी तो पिछे ही हो जावां, फिर तो मेरे वास्ते नाम जपना बड़ा ही सौखा है। मन तो कोई टेंशन नहीं, मन तो कोई बच्चों को पालना नहीं, कुछ नहीं। लेकिन गल एवे महाराज कहते ने गृहस्थ दे अंदर रह के नाम जपण वाला वो सूरमा है। ये नहीं कि गुरु नानक पातशाह किथे शादियां ते नहीं गए, रिश्तेदारियां नहीं निभाइयां। एक जगह गुरु नानक पातशाह किसी दे आनंद कारज च गए, सारी संगत गुरु नानक पातशाह महाराज तुसी शादी च आ गए हो। तो महाराज कहते की होया, बच्चे की शादी, मैं आ गया, किसी की शादी मैंने बुलाया, मैं आ गया वहां। महाराज कहते ने साच नाम मेरा मन लागा, लोगन स्यों मेरा ठाठा बागा। ये तो ठाठ बाग है मेरी लोगों नाल, पर मेरा हिरदे करके ते नाम मैं प्रभु परमात्मा दे नाल मेरा लग्या होया है। तो खेड़ है साध संगत परमात्मा दे नाम दी जपण दी। देखो काम करो, सारे दुनिया दे अंदर काम करो, बच्चे पालो, बच्चों की पढ़ाई वाल ध्यान दो, परिवार वाल ध्यान दो, पर उहदे विच खचत ना हो। एक जगह ते नामदेव जी ने बहुत सुंदर शब्द उच्चारिया है। उन्होंने ना 4 उदाहरण दिते हैं। पहला उदाहरण उन्होंने बड़ा सोहना दिता, आनीले कागत काटीले गुड्डी, आकाश मदे भरमईले, पंच जना सो बात बतौआ, चीत सो डोरी राखी अले। आनीले कागत, अनीले हुंदा भी लियाना। कहते ने एक बच्चा ना पिंड दे विच कागज लैके आंदा, उहदी पतंग बनांदा है। यह उदाहरण दिते ने 4। अनीले कागज काटीले गुड्डी, आकाश मदे भरमी अले। वो काइट बना के ना, पतंग बना के ते उहदे आकाश विच उड़ांदा है पतंग। भगत जी कहते ने पंच जना सो बात बतौआ, चीत सो डोरी राखी अले। हुण बच्चा पतंग ते उड़ा रहा है, नाल 4-5 मित्र खड़े ने, उन्हां नाल गल्लां भी कर रहा है, ध्यान देना। पर गल्लां करदे करदे ओहदा ध्यान पता किहदे वाल है, उस डोरी वाल है। ये पहला उदाहरण है। दूजा कहते ने मन राम नामा बेदी अले। कहते ने इसे तरह मेरा भी नाम राम दे नाम नाल मन विणिया गया है। जैसे कनक कला चित मांडी अले। जिस तरह सुनियारा हुंदा ना, सोना दा काम कर रहा हुंदा है ते ओहदा चित कोठारी दे विच लग्या हुंदा है कि सोना घूम रहा है। अगे चल के कहते ने आनीले कुम पराईले उदग, राजकुआर पुरंदरीए, हस्त विनोद विचार करती है, चीत सो गागर राखी अले। तुसी पिंडां विच कदी जाओ ना, कुआरी कुड़ियां जड़ियां यंग हुंदियां ना, वो 5-5 6-6 ना सिर दे उत्ते घड़े लैके उन्हां विच पानी पिया हुंदा ते जारियां हुंदियां ने। ते शहर दे विचों राजकुआर पुरंदरीए, मतलब कि जब विचों शहर दे विचों लंघ रहियां हुंदियां ने। जवान कुड़ियां ने आपस विच जा रही ने, गल्लां कर रही ने। सब ने सिर ते 4-4 5-5 घड़े रखे ने, छोटे छोटे पानी दे भरे होए। पहला पानी दा मुश्किल हुंदी सी ते खूहां तो पानी लैण जांदे सन। हुण गल्लां सारियां कर रही ने आपस विच, पर सब दा ध्यान किहदे वाल है? जिहड़ी सिर ते रखी है गागर, जिहड़ी जिहदे विच पानी पिया है, घड़ा। गल कर रही ने पर ध्यान किधर है? ये ते तीजी उदाहरण दी, मंदिर एक द्वार 10 जाके, गऊ चरावन छाड़ी अले, 5 कोस पे गऊ चरावे, चीत सो बछड़ा राखी अले। कहते ने 5 दरवाजे ने, उन्हां दे विचों निकल के गऊ नूं चराउण वास्ते भेजिया जांदा है। गऊ जांदी है,
5 ਕੋਹ ਤੱਕ ਚਲੀ ਜਾਂਦੀ ਹੈ। उस मंदिर के 10 दरवाजे ते 5 कोह ते चली जाती है। मंदिर एक द्वार 10 जाके गऊ चरावन छाड़ी हले। हुण गऊ का ध्यान जिहड़ा मझ गां का ध्यान पता किते, जिथे बच्चा छड्ड के आई है उहदा ध्यान उधर है। भावें वो मां चल रही है घास फूस, पर उहदा ध्यान अपने बच्चे वाल है। चौथी उदाहरण दिंदे, कहत नाम दियो सुनो त्रिलोचन, बालक पालन पौड़ी हले। अखीरला उदाहरण दिता, कमाल कर दिती। कहंदे ने मां ना जिहड़ी हुंदी है ना, वो बच्चे नूं ना पंगूड़े विच पा के ना पौड़ी हले, बालक पालन पौड़ी हले, उस पौड़ी हले विच पा के ना पंगूड़े विच पा के ते बच्चे नूं उहदे विच पा के ना करदी कि अंतर बाहर काज विरोधी, चीत सो बालक राखी हले। चित उहदा जिहड़ा है ना काम कर रही है, पर चित उहदा उस बच्चे वाल है। जदों बच्चा रोंदा है ना, उदों वो फट की करदी है, वो फट जाके ना उस बच्चे नूं वेखदी है। बच्चा रोंदा है, उहनूं फिर दुध पिला, जद तक बच्चा सुत्ता होया है, बच्चा शोर नहीं पा रहा, वो घर के कारज मुकांदी रहती है। मैं अक्सर बेनती करना, तुसी भी ना बच्चे हार रोया करो, मैं भी रोया करा। मैं विचार नूं इस तरफ ले जाना चाहना, मां तद तक बच्चे का ध्यान नहीं करती जब तक बच्चा गोद विच बह के ना रोए ना। ਤਾਂ ही गुरु साहब ने एक जगह ते क्या है, राख, ये बेनती वाले शब्द ने, वो पढ़ी दा ना, तुझ बिन अवर नाही मैं दूजा, तू मेरे मन माही है, तू साजन संगी परम मेरा। ये शब्द पढ़ो ना, सारा खीर विच आंदे ने, राख राख शरण प्रभ अपनी, अगन सागर विकराला, नानक के सुख दाते सतगुर, हम तुमरे बाल गोपाला। मैं तेरा बाल हाँ, मेरी रखिया कर। कदी भी ना गुरु घर विच आओ ना वड्डा ना बन के आओ, बच्चे बन के। जदों तुसी मैनूं किसी ने कहा गोद विच बहना की हुंदा है, किसी वीर ने जदों मैं विचार हो रही सी ना, मैनूं बाहर आके कहंदे ये गोद विच, कहंदे गोद विच बैठो गुरु दी, इत्थे सारे बैठे हुए आ, गोद विच बहना की हुंदा है? घर विच तुसी भी बहिंदे हो, मैं भी बहना हर जगह ते, कहंदे नहीं गोद विच की हुंदा है? मैं क्या, जदों गुरु की संगत विच बैठदे हो ना, उस वेले महसूस करिया करो तुसी गुरु की गोद विच बैठे हुए हो। ते जदों तुसी कराए करदे हो ना, बच्चा कराए करदा रोंदा होवे जिस तरह, ते मां पुछदी है इहनूं दुध की लोड़ है, इहनूं भुख लगी है या कोई परेशान है, हुंदा ना, क्योंकि वो एक एक की पीड़ पछाणदा है, पछाणदा ना, साडी पीड़ा नूं पछाणदा ना। तुहाडे सामने तुहाडा बच्चा रो रहा होवे, मां नूं पता लग जांदा दी पेट दर्द है या कन दर्द है या अज बच्चा रो रहा है या भुख है, 2 घंटे हो गए दुध नहीं दिता। जदों तुसी बाणी पढ़ के ना आवाज़ मारदे हो ना, कबीर केसो केसो कूकिए ना सोइए आसार, रात दिवस के कूकने कबू के सुने पुकार। कूक जिन्ना कूक सकना है, कूकदा जाएगा ना, एक दिन तेरी पुकार सुनी जाएगी। जदों संगत विच बैठ के तुसी शब्द गुरबाणी पढ़दे हो ना, तुसी समझो दी गोद विच बैठ के अपना दुखड़ा गुरु दे अगे रख रहे हो। ये ना वेखो संगत 10 बैठी है, 20 बैठी है, 50 बैठी है या हाल भर गया है। तुसी संगत दे विच बैठ के गुरु दी गोद विच बैठ के कराए कर रहे हो, कूक रहे हो। मारे गए कूक शर्म कादी कर रहे हैं? भूखे खावत लाज ना आवे, त्यों हर जन हरगुण गावे। अरे मैं अपने प्यो नूं आवाज़ां मारनियां ने, जिस वे नाल मार सकना मारो। को राख पिता परम मेरे, मोए निर्गुण सब गुण तेरे, पंच बिखादी एक गरीबा, राखो राखण। अरदास बेनतियां करो ते की हुंदा है? मां नूं फिकर पै जांदी है। मां कहंदी है बच्चे नूं कोई चीज़ की लोड़ है, पर असीं कदी सोचिया ही नहीं, असीं गुरु की गोद का आनंद माणिया ही नहीं।
ਅਸੀਂ ਕਹਿੰਦੇ ਹਾਂ ਸੰਗਤ ਹੀ ਬੈਠੇ ਹਾਂ, ਚਲੋ ਕਦੋਂ ਟਾਈਮ ਹੋਏਗਾ ਸਮਾਪਤੀ ਹੋਏਗੀ। ਇਹ ਗੋਦ ਦਾ ਆਨੰਦ ਲਵੋ। ਮਨ ਤੇ ਆਨੰਦ ਆ ਰਿਹਾ, ਮੈਂ ਤੇ ਫੀਲ ਕਰਾਂ ਕਿ ਮੈਂ ਗੁਰੂ ਦੀ ਗੋਦ ਵਿੱਚ ਬੈਠਾ, ਮੈਂ ਆਨੰਦ ਲੈ ਰਿਹਾ। ਮੈਂ ਗੁਰੂ ਕੋਲ ਜੋ ਮੰਗਾ ਮਿਲੇਗਾ ਮੈਨੂੰ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋਂ ਵਿਸਾਰੇ। ਇਹ ਤੇ ਜੋ ਮੰਗਾਂਗਾ ਜਿਤੜੇ ਫਲ ਮਨ ਬਾਚੀਏ, ਤਿਤੜੇ ਸਤਿਗੁਰ ਪਾਸ। ਜੋ ਕੁਛ ਮੰਗਾਂਗਾ ਮੈਨੂੰ ਪਤਾ ਮੇਰੇ ਗੁਰੂ ਕੋਲ ਸਭ ਕੁਛ ਹੈ। ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ। ਇਸ ਕਰਕੇ ਬਾਲਕ ਬਣ ਕੇ ਇਸ ਸੰਸਾਰ ਦੇ ਵਿੱਚ ਜੀਏ, ਜਿੰਨਾ ਮਰਜ਼ੀ ਵੱਡਾ ਉਹਦਾ ਹੋ ਜਾਏ। ਬੱਚੇ ਨੂੰ ਬੜਾ ਪਿਆਰ ਮਿਲਦਾ ਜੇ। ਬੱਚੇ ਮਾਂ ਦੇ ਚਾਰ ਹੋਣ ਨਾ, ਜ਼ਿਆਦਾ ਆਨੰਦ ਉਹ ਲੈਂਦਾ ਜਿਹੜਾ ਗੋਦ ਵਿੱਚ ਹੁੰਦਾ ਹੈ। ਸੰਗਤ ਜ਼ਰੂਰ ਕਰ ਲਿਆ ਕਰੋ, ਦਿਨ 'ਚ ਇੱਕ ਵਾਰੀ ਗੁਰੂ ਦੀ ਗੋਦ ਵਿੱਚ ਜਾ ਕੇ ਬੈਠ ਜਾਇਆ ਕਰੋ। ਗੁਰੂ ਬੜਾ ਪਿਆਰ ਵੀ ਕਰੇਗਾ। ਜਿੰਨੀ ਵਾਰੀ ਮਾਂ ਬੱਚੇ ਵੱਲ ਵੇਖੇਗੀ, ਕੀ ਕਰੇਗੀ? ਚੁੰਮੇਗੀ ਨਾ, ਕਿਸ ਕਰਦੀ ਹੈ ਨਾ ਮਾਂ। ਕੀ ਹੁੰਦਾ ਹੈ? ਪਿਆਰ ਮਿਲਦਾ ਹੈ। ਤੇ ਤੁਹਾਨੂੰ ਗੁਰੂ ਲਾਡ ਕਰਦਾ ਹੈ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਇਸ ਤਰ੍ਹਾਂ ਬੱਚਿਆਂ ਨੂੰ, ਮੈਂ ਕਹਿੰਦਾ ਆਪਣੇ ਬੱਚਿਆਂ ਨੂੰ ਵੀ ਅਸੀਂ ਲਿਆਈਏ ਇਸ ਤਰ੍ਹਾਂ। ਬਦਕਿਸਮਤੀ ਹੈ ਸਾਡੀ। ਜਦੋਂ ਵਡੇਰੀ ਉਮਰ ਦੇ ਹੋ ਜਾਂਦੇ ਨਾ, ਫਿਰ ਸਾਨੂੰ ਕਈਆਂ ਭੈਣਾਂ ਦੇ ਫੋਨ ਆਉਂਦੇ ਨੇ, ਵੀਰ ਜੀ ਬੱਚਾ ਵਿਗੜ ਗਿਆ। ਜਦੋਂ ਬੱਚਾ ਸੀ ਉਦੋਂ ਤੇ ਤੂੰ ਲਿਆਈ ਨੇ, ਹੁਣ 25-30 ਸਾਲ ਦਾ ਹੋ ਗਿਆ, ਕੀ ਸੁਧਾਰੇਂਗੀ? ਮੈਂ ਨਾ ਦਰਬਾਰ ਸਾਹਿਬ ਤੋਂ ਲਾਈਵ ਕਥਾ ਆ ਰਹੀ ਸੀ। ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਕਿਆ ਕਥਾ ਕਰ ਰਹੇ ਸਨ। ਮੇਰੇ ਅੱਖਾਂ 'ਚ ਹੰਝੂ ਆ ਗਏ। ਉਹਨਾਂ ਨੇ ਪੰਜਾਬ ਦੇ ਇੱਕ ਘਰ ਦੀ ਘਟਨਾ ਸੁਣਾਈ। ਇਹ ਕਹਿ ਕੇ ਮੈਂ ਸਮਾਪਤੀ ਕਰਾਂਗਾ। ਇੱਕ ਪਰਿਵਾਰ ਸੀ, ਬੜੇ ਧਿਆਨ ਨਾਲ ਸੁਣਨਾ, ਅੱਜ ਦੇ ਵਿਸ਼ੇ ਨਾਲ ਜੁੜਦੀ ਹੈ ਗੱਲ, ਮੈਂ ਤਾਂ ਕਹਿ ਰਿਹਾ। ਬੱਚਿਆਂ ਦਾ ਧਿਆਨ ਰੱਖੋ। ਜਦੋਂ ਬੱਚੇ ਸ਼ਬਦ ਪੜ੍ਹਦੇ ਨੇ ਨਾ, ਮੈਂ ਵੇਖ ਕੇ ਬੜਾ ਖੁਸ਼ ਹੁੰਦਾ। ਮੈਂ ਕਹਿੰਦਾ ਇਹਨਾਂ ਦੀਆਂ ਮਾਵਾਂ ਆ ਕੇ ਨਾ ਮੈਨੂੰ ਕਦੀ ਜਾਂ ਤੁਹਾਨੂੰ ਕਦੀ ਸ਼ਿਕਾਇਤ ਨਹੀਂ ਕਰਨਗੀਆਂ ਕਿਸੇ ਨੂੰ ਵੀ ਕਿ ਸਾਡੇ ਬੱਚੇ ਵਿਗੜ ਗਏ ਨੇ, ਕਿਉਂਕਿ ਉਹ ਗੁਰੂ ਦੀ ਗੋਦ ਦਾ ਆਨੰਦ ਲੈ ਰਹੇ ਨੇ। ਉਹਨਾਂ ਨੂੰ ਚੰਗੇ ਤੇ ਮਾੜੇ ਦੀ ਪਹਿਚਾਣ ਹੋ ਚੁੱਕੀ ਹੈ। 2 ਭਰਾ ਸੀ, ਨਾਲ ਨਾਲ ਇਕੱਠੇ ਹੀ ਰਹਿੰਦੇ ਸਨ। ਵੰਡ ਹੋਈ, ਪਤਾ ਨਹੀਂ 20-20, 22-22 ਕਿੱਲੇ ਜ਼ਮੀਨ ਵੰਡੀ ਗਈ। ਰਾਜੀ ਖੁਸ਼ੀ, ਮਤਲਬ ਲੜ ਕੇ ਨਹੀਂ। ਘਰ ਵੀ ਦੀਵਾਰ ਵੀ ਪੈ ਗਈ, ਚਲੋ ਕੋਈ ਗੱਲ ਨਹੀਂ, ਭਰਾ ਨੇ ਸਮਾਂ ਪਾ ਕੇ ਸਭ ਵੰਡੀ ਪਾਉਂਦੇ ਹੀ ਨੇ। ਪਰ ਮਜ਼ਾ ਤਾਂ ਹੈ ਲੜ ਕੇ ਨਹੀਂ, ਪਿਆਰ ਦੇ ਨਾਲ। ਇਹ ਇੱਕ ਗੁਰਮਤਿ ਅਨੁਸਾਰ ਵੀ ਇਹ ਚੀਜ਼ ਹੋਣੀ ਚਾਹੀਦੀ। ਤੇ ਹੋਇਆ ਕਿ ਜਦੋਂ ਮਤਲਬ ਕਿ ਮੈਂ ਕੀ ਕਹਾਂ, ਜਦੋਂ ਬੱਚੇ ਵੱਡੇ ਹੋਏ ਨਾ, ਦੋਨਾਂ ਦਾ ਇੱਕ ਬੇਟਾ ਸੀ। ਜੋ ਉਹਨਾਂ ਨੇ ਕਿਹਾ 9ਵੀਂ ਦੋਨਾਂ ਦੇ ਬੱਚੇ ਪਹੁੰਚ ਗਏ। ਉਹ ਵੀ 9ਵੀਂ ਪੜ੍ਹਦਾ ਸੀ। ਇਸ ਇੱਕ ਮੁੰਡੇ ਦਾ ਨਾਮ ਸੀ ਅਮਨ ਤੇ ਇੱਕ ਦਾ ਦੀਪ। ਦੋਨਾਂ ਦਾ ਪਿਆਰ ਵੀ ਬੜਾ ਸੀ, ਇਕੱਠੇ ਖੇਡਦੇ ਸਨ। ਇੱਕ ਦਿਨ ਕੀ ਹੋਇਆ, ਅਮਨ ਨਾ ਸ੍ਰੀ ਸਾਹਿਬ ਪਾ ਕੇ ਬੱਚਿਆਂ ਵਿੱਚ ਖੇਡਣ ਲੱਗ ਪਿਆ। ਹੁਣ ਧਿਆਨ ਦੇਣਾ। ਦੀਪ ਨੇ, ਭਰਾ ਨੇ ਦੇਖਿਆ, ਬੜਾ ਸੋਹਣਾ ਮੇਰਾ ਭਰਾ ਲੱਗ ਰਿਹਾ ਅਮਨ। ਪੁੱਛ ਲਿਆ, ਅਮਨ ਇਹ ਸ੍ਰੀ ਸਾਹਿਬ ਤੂੰ ਕਿੱਥੋਂ ਲੈ ਕੇ ਆਇਆ, ਉੱਤੇ ਪਾ ਕੇ ਆਇਆ? ਕਹਿੰਦਾ ਇਹ ਮੇਰੀ ਮੰਮੀ ਨੇ ਪਾਈ ਏ, ਤੇ ਕੱਲ ਅਸੀਂ ਪਰਿਵਾਰ ਨਾਲ ਕੱਲ ਗੁਰੂ ਦੇ ਜਹਾਜ਼ੇ ਚੜ੍ਹ ਰਹੇ ਹਾਂ, ਖੰਡੇ ਬਾਟੇ ਦੀ ਪੋਲ ਛਕ ਰਹੇ ਹਾਂ। ਉਹ ਬੱਚੇ ਨੂੰ ਵੇਖ, ਹੁਣ ਅਸੀਂ ਬੱਚੇ, ਇੱਕ ਬੱਚਾ ਸ਼ਬਦ ਪੜ੍ਹੇ ਨਾ, ਸੁਭਾਵਿਕ ਹੈ ਦੂਜਾ ਬੱਚਾ ਜਿਹੜਾ ਦੇਖ ਰਿਹਾ ਨਾ ਉਹਦਾ ਵੀ ਚਿੱਤ ਕਰੇਗਾ। ਹੁਣ ਭੈਣਾਂ ਵੀ ਬੈਠੀਆਂ ਨੇ, ਇੱਕ ਭੈਣ ਅੱਛਾ ਸ਼ਬਦ ਪੜ੍ਹਦੀ ਹੈ, ਦੂਜੀ ਦੀ ਮਨ 'ਚ ਹੁੰਦੀ ਮੈਂ ਵੀ ਪੜ੍ਹਾਂ। ਇਹਨੂੰ ਦੇਖਾ ਦੇਖੀ ਸਿੱਖੀ ਕਹਿੰਦੇ ਨੇ। ਇਹ ਵੀ ਪ੍ਰਵਾਨ ਹੈ, ਇੱਕ ਧੰਦੇ ਦੀ ਵੀ ਹੈ। ਚਲੋ ਸਿੱਖੀ 5 ਤਰ੍ਹਾਂ ਦੀ, ਉਹ ਅਲੱਗ ਮੈਟਰ ਹੈ। ਤੇ ਜਦੋਂ ਉਹ ਵੀ ਘਰ ਗਿਆ, ਕਹਿੰਦਾ ਪਾਪਾ ਅਮਨ ਅੰਮ੍ਰਿਤ ਛਕ ਰਿਹਾ, ਮੈਂ ਵੀ ਛਕਣਾ। ਉਹ ਕਹਿੰਦਾ ਪੁੱਤਰ ਤੂੰ ਅੰਮ੍ਰਿਤ ਨਹੀਂ ਛਕਣਾ। ਸਵੇਰੇ ਅੰਮ੍ਰਿਤ ਛਕਣਾ ਸੀ। ਉਹਨੇ ਕਿਹਾ, ਉਹਨੇ ਡਾਂਟ ਕੇ ਨਾ ਪੁੱਤਰ ਨੂੰ ਬਿਠਾ ਦਿੱਤਾ। ਸਵੇਰ ਹੋਈ, ਫਿਰ ਉਹਨੇ ਕਿਹਾ ਚੱਲ ਹੁਣ ਠੀਕ ਹੋ ਗਏ ਹੋਣਗੇ ਪਿਤਾ ਜੀ, ਚਲੋ ਫਿਰ ਪਾਪਾ ਮੈਂ ਉਹ ਜਾ ਰਹੇ ਨੇ ਤੇ ਉਹ ਬੁਲਾਣ ਆ ਗਿਆ। ਅਮਨ ਕਹਿੰਦਾ ਨਹੀਂ। ਕਿ ਪਾਪਾ ਕਹਿੰਦਾ, ਉਹਨੇ ਲਾ ਲਿਆ ਜੰਦਰਾ, ਕੁੰਡੀ ਲਾ ਦਿੱਤੀ, ਤਾਲਾ ਲਾ ਦਿੱਤਾ। ਉਹ ਅੰਦਰੋਂ ਆਵਾਜ਼ਾਂ ਮਾਰ ਰਿਹਾ, ਨਹੀਂ ਪਾਪਾ ਮੈਂ ਅੰਮ੍ਰਿਤ ਛਕਣਾ ਹੈ, ਮੈਂ ਪਾਪਾ ਅੰਮ੍ਰਿਤ ਛਕਣਾ ਹੈ। ਉਧਰੋਂ ਅਮਨ ਆਵਾਜ਼ ਮਾਰ ਰਿਹਾ, ਪਰ ਦੀਪ ਦੀ ਆਵਾਜ਼ ਉਹਦਾ ਪਿਓ ਨਹੀਂ ਸੁਣ ਰਿਹਾ। ਪਤਾ ਕਿਉਂ ਨਹੀਂ ਸੁਣ ਰਿਹਾ ਸੀ?
क्योंकि दीप का प्यो खुद शराब पींदा सी। उन्हें कहा जिस दिन मेरा बच्चा अमृत छक आया तो यह सानू भी टोका टाकी करेगा, तो मैं छड्डनी नहीं। कईयां ने मन ही बनाए होंगे ने बई मैं माड़ा काम छड्डना ही नहीं है। ध्यान देना, उस वेले उन्हें जंदरा ला लिया, वो बाहरों कहंदा कहंदा टुर गया। वो सारा टब्बर अमृत छक आया। 9वीं पास की, 10वीं 11वीं 12वीं 12वीं तो बाद उस दीप नूं पढ़ाउण वास्ते उन्हें चंडीगढ़ भेज दिता अपने पिंड तो, कोई यूनीवर्सिटी विच होस्टल कह लो, उत्थे पढ़ाई शुरू कर दी उसने। 1 साल बीतिया, होस्टल विचों फोन आया एक दीप दे पापा नूं कि चंडीगढ़ आओ होस्टल विच, तुहाडे नाल काम है कोई। ये माता पिता दोनों गए। उत्थे प्रिंसीपल ने कहा बई अपना बच्चा लै जाओ, तुहाडा बच्चा नशेड़ी हो गया। ध्यान देना, ये चिट्टा वो जो भी नशे ने, खैर सानू ते पता नहीं, मारे ना ही इस चीज़ां तो दूर ही रखे। ये चिट्टे का आदी हो गया। ये ना होवे इहदे करके साडे दूजे बच्चे भी खराब हो जान, इस करके इहनूं स्कूलों भी कढ़िया जा रहा है, कालज तो, ते नाल इहनूं वापस लै जाओ। बड़ी मुश्किल नाल इन्हें इतने पैसे लाए, घर ले आया, बच्चा ना सुधरिया। नशा मुक्ति केंद्र विच उसनूं दाखिल कर दिता। फीस भरदा रहा उत्थे भी। घर आ गया, कुछ समा बीतिया, नशा मुक्ति केंद्र तो फोन आ गया, भाई साहब जी जरूरी बेनती है, तुसीं हुणे ही आओ। उन्हें समझा शायद कोई पैसे की लोड़ है, इन्होंने पैसे की लोड़ होनी है, तां ही कोई जरूरत घट पै गए ने, तां बुला रहे हैं। ये भजदे गए, पैसे घर वाली नूं कहंदा 15,000 रुपया कढ ते मैं जाना। उत्थे नाल गई। हुण उस कमरे विच गए, स्टाफ उन्हां दा बैठा सी। उन्होंने कहा हाँ जी दसो। कहना जी तुहाडा पुत्तर दीप है ना जिहड़ा, वो हुण ठीक नहीं हो सकता। ध्यान देना, माता पिता कहंदे की गल, क्यों की हो गया? कहंदे ते दीवारां नूं सिर मारदा है। कहंदा मैनूं ते नशा चाहिदा, नहीं तो मैं मर जाऊंगा। बड़ी कोशिश असीं कीती है, असीं भी हार गए। ते असीं उस कमरे विच ताला लाया होया सामने, ते जाके ताला खोल के ना इस बच्चे नूं लै जाओ, ये साडे वास्ता नहीं जे। देखो मैं तां ही कहना वा बच्चों नूं जरूर लैके आया करो संगत विच। ਜਿਹੜਾ ਬੱਚਾ ਗੁਰੂ ਦੀ ਗੋਤ ਦਾ ਆਨੰਦ ਮਾਣ ਲਏਗਾ ਨਾ, ਉਹ ਜ਼ਿੰਦਗੀ ਵਿੱਚ ਇਸ ਰਸਤੇ ਵੱਲ ਨਹੀਂ ਚੱਲੇਗਾ। ਸਾਨੂੰ ਮਾਤਾ ਪਿਤਾ ਦੀ ਬਖਸ਼ਿਸ਼ ਸੀ ਜੋ ਮਹਾਂਪੁਰਖਾਂ ਦੇ ਨਾਲ ਲਗਾ ਦਿੱਤਾ, ਤੇ ਮਹਾਰਾਜ ਨੇ ਇਹਨਾਂ ਕੰਮਾਂ ਤੋਂ ਬਚਾ ਦਿੱਤਾ। ਉਹ ਕਮਰੇ ਦੀ ਬਾਰੀ ਦੇ ਵਿੱਚੋਂ ਤਾਲਾ ਬਾਹਰ ਲੱਗਿਆ, ਚਾਬੀ ਉਹਦੇ ਹੱਥ ਵਿੱਚ, ਤੇ ਕਮਰੇ ਦੀ ਬਾਰੀ ਦੇ ਖਿੜਕੀ ਵਿੱਚੋਂ ਵੇਖ ਰਿਹਾ, ਵਿੰਡੋ ਵਿੱਚੋਂ, ਪਾਪਾ ਮੈਨੂੰ नशा दो, मैं रह नहीं सकता, इतनी उच्ची उच्ची रो रहा है, मैं मर जाऊंगा, मैनू नशा दो। और दीवार नूं सिर मारी जा रहा है। प्यो की की हालत होएगी उस वेले, और इतना चीख चीख के बोल रहा है पापा मैं मर जाऊंगा, मैनू दो, मैं नहीं रह सकता। जब उन्हें इन्ना उच्चा बोल के ते ना पिता दियां टाइयां मार के रोन लग पिया। पिता दीप है की हो गया तेरे नाल? कहना नहीं पापा मैनू नहीं पता। उन्हें हथ फड़ लिया उस विंडो दे विचों, मेरा एक बारी दरवाजा खोलो, मैनू कुछ नशाई पदार्थ जो भी मंग रहा सी मैनू दवो, मैं नहीं रह सकता। ते टाइयां मारदे होए रोंदा होया उहदा पिता पता की कहंदा है, बच्चा ये ताला खोलन तो पहला जे मैं उस दिन वो ताला खोल दिंदा ना, ते अज तेरी ये हालत नहीं होनी सी। देखो जदों पिता दे सामने पुत्र कोई इस स्टेज ते पहुंच जाए ना, ते पुत्र कहंदे ने सब तो मां प्यो दा दुख पता किहड़ा हुंदा है? उहदे कंधियां ते उहदे पुत्र दी अर्थी हुंदी है। कहंदा पुत्रा दीप, जे उस दिन तू जिहड़ी जिद कीती सी ना कि मैनू दरवाजा खोलो मैं अमृत छकना है, जे उस दिन मैं तेरा दरवाजा खोल दिंदा ना, अज मैनू ये दिन देखना नहीं पैना सी।
ਗੁਰਮੁਖੋ, मैं तो यही कहांगा कि बच्चों नूं इस पासे लाओ। समा इतना खराब है, बड़े फोन 10 नूं भी आंदे ने कि बच्चे वास्ते कोई जुगती दसो, कोई पाठ दसो। बच्चा हथों निकल गया है, शराब का आदी हो गया है, नशे का आदी हो गया है। तो उस वेले फिर मन में यही गल आती है, यही गल जे तू पहला आप कीती होंदी, आप बच्चे नूं संगत विच लैके संगत दे दर्शन करा के गुरु की असीस संगत की असीस दवाई होंदी, ते अज तेरी ये हालत नहीं होनी सी। तो सतगुरु अज यही कह रहे ने, अपने भाणे जो चलै भाई, विछड़ झोटां खावे। जदों तुसीं अपनी मत अनुसार चलने आ ना, तो फिर जदों कहंदे ना तीर कमान दे विचों तीर निकल जाए ना, फिर वापस नहीं आता। जे बच्चा एक बारी हथों निकल गया ना, दोबारा उसने हथ नहीं आना। तो समा ऐसा चल रहा है, कोशिश करो बच्चों नूं गुरबाणी दे नाल जोड़ो। उहदा जंदरा जे वो कहंदा ना मैं अमृत छकना है, मैं संगत विच जाना है, तो वह सब तो वड्डा बद नसीब माता पिता होणगे ਜਿਹੜੇ ਬੱਚੇ ਨੂੰ इस पासे जान तो रोकणगे। ये मैं एक वड्डी अपील कर लो, प्यार भरा हुक्म समझ लो, या सनीमर बेनती समझ लो, कुछ भी समझ लो। कभी भी बच्चा तुहाडा कहे मेरा पाठ करन दा दिल कर रहा है, मैं संगत ही जाना चाहना, गुरुद्वारे जाना चाहना, मैं अमृत छकना चाहना, भलिओ लोको उस वेले तुसी देर ना करना, क्योंकि जिहड़ी देर उस पिता ने कीती सी ना, उहदा जंदरा नहीं खोलिया ते उसका फिर भुगत भोगी होया, फिर वो प्यो नूं भुगतना पिया, अपना बच्चा भी गवा लिया, ते बच्चे का जीवन भी खत्म करवा दिता, ते अपना घर भी खराब कर दिता। ते ये हाल किथे साडा तुहाडा ना होवे। अपने बच्चों नूं अच्छी तालीम दईए, जिथे अच्छा पढ़ा रहे हाँ उत्थे गुरमत का ज्ञान जरूर दवो, क्योंकि सानू इन्ना पता होना चाहिए कि असी किस भीड़े रस्ते तो आए हाँ, किस रस्ते ते जाना है। जे असी विकारां नाल मन नूं हाथी कर लवांगे तो फिर वो राई दे 10वें हिस्से विचों किवें निकल पावांगे। फिर असी जमां दे वस आ जाएंगे। फिर जो जम आए केस गए पटके, ता दिन किछ ना बसाएगा। फिर जन्मां दे हाथी जाए, फिर तू कुछ नहीं कर सकदा। फिर जम तैनूं मारदे लैके जाणगे, तैनूं वालां तो धरू के ना तेरी वो हालत करनगे, वालों तो धरूंदे होए तैनूं जमपुरी लै जाणगे, जिथे धर्मराज बैठा होएगा, और तैनूं बैठ के चित्रगुप्त दे राही तैनूं सारा कुछ दस्या जाएगा, तेरा चिट्ठा खोलिया जाएगा। तू ये कर्म माड़े कीते ने, ये चंगे कीते ने, उहदा हिसाब होएगा। फिर उस हिसाब नाल तैनूं भुगतना पेगा, क्योंकि गुरबाणी कुछ चीज़ का लुका नहीं करती। गुरबाणी दसदी है तू इन्ने कई जन्म भए कीट पतंगा, कई जन्म गा जमीन कुरंगा, कई जन्म पंखी सर्प होयो, कई जन्म हैवर बिक जोयो, मिल जगदीश मिलन की बरिया, चिरंकाल ए देश संजरिया। किन्ने समय तो बाद तैनूं इन्नियां जूना 84 लाख जूना तो भुगत के तैनूं इन्ना सोहना छोटा जिहा काल 20 40 50 60 साल मिलणगे, 70 मिल जाणगे, पर एक दिन तैनूं इथों जाना है। नानक जी उपाय के लिखनावे धर्म भालिया, उत्ते सच्चे ही सच निबड़े, चुनवा कड्डे जजमालिया, थाओ न पाइन कूड़ियार, मूँह काले दो जग चालिया, ते नाए रत्ते जिणगे सिहार गए ठगण वालिया, लिखनावे धर्म भालिया। फिर तो तैनूं मारदियां लैके जाना है, जे तू प्रभु नाम दा नहीं जपिया नाम, जे तू तेरे नाए रत्ते जिण गए, तेरे नाम दे नाल जिहड़े रत्ते ने ना, वो जिण गए, वो जित गए बाजी, वो जन्म की बाजी जित गए। तुहाडे वर्गे जिहड़े संगत करदे ने ना, वो तुसीं जन्म की बाजी जित के जा रहे, ते नाए रत्ते से जिण गए, हार गए से ठगण वालिया। वो ठगे गए जिहड़े विकारां दे विच, जिहड़े सत संगत नहीं कर पाए, पर जिहड़े संगत कर गए, जिन्हां ने गुरु दा अंचल फड़ लिया, वो इस भव सागर तो पार हो गए। उन्हां नूं ते फिर रे रह दरगह कहे न कहू, आओ बैठ आदर शुभ देव। उन्हां नूं ते बड़े सत्कार नाल विमान ते लैके जांदे हन, जिस तरह किसी राजे नूं
महाराजे नूं उन्हां नूं चोर करदे होए और बड़े सत्कार दे नाल उस धर्मराज नूं ते नाल उहदा वास्ता ही नहीं, सिद्धा सचखंड दरबार दे विच लैके जांदे ने कि आओ तुसी जिहड़ी संगत कीती उही इत्थे ही संगत जे, हुण इत्थे करो, जिहड़ी संगत इत्थे कर रहे हो ना तो तुहाडा दिल लगेगा, कोई तुहाडा इत्थे भी दिल लग रहा है। ते ਜਿਹੜੇ ਇੱਥੇ ਦਿਲ ਨਹੀਂ, ਮੈਂ ਕਈ ਵਾਰੀ ਕਹਿੰਦਾ ਜਿਨ੍ਹਾਂ ਦਾ ਇੱਥੇ ਦਿਲ ਨਹੀਂ ਲੱਗਿਆ ਤੇ ਉਹ ਸੱਚਖੰਡ ਵਿੱਚ ਕਿੱਥੋਂ ਦਿਲ ਲੱਗੇਗਾ। ਇਸ ਕਰਕੇ ਇੱਥੇ ਦਿਲ ਲਗਾਓ, ਇੱਥੇ ਮਨ ਨੂੰ ਜੋੜੋ, ਇਹੀ ਸਤ ਸੰਗਤ ਹੈ, ਇਹੀ ਮੁਕਤ ਦਾ ਜਿਹੜਾ ਦੁਆਰ, ਅਸੀਂ ਜੀਵਨ ਮੁਕਤ ਹੋਣਾ ਨਾ, ਉੱਥੇ ਜਾ ਕੇ ਵੀ ਸਤ ਸੰਗਤ, ਉੱਥੇ ਗੁਰੂ ਨਾਨਕ ਪਾਤਸ਼ਾਹ ਦਾ ਆਸਣ ਲੱਗਿਆ ਹੋਏਗਾ, ਤੁਹਾਡੇ ਵਰਗੇ ਗੁਰਮੁਖ ਪਿਆਰੇ ਬੈਠੇ ਹੋਣਗੇ, ਤੁਹਾਨੂੰ ਬੜੇ ਸਤਿਕਾਰ ਨਾਲ ਸਤ ਸੰਗਤ ਵਿੱਚ ਬਿਠਾਇਆ ਜਾਏਗਾ, ਤੁਹਾਡੇ ਸੂਖਸ਼ਮ ਸਰੀਰ ਨੂੰ, ਔਰ ਤੁਹਾਨੂੰ ਉੱਥੇ ਫਿਰ ਪਰਮਾਤਮਾ ਦਾ ਨਾਮ ਤੁਸੀਂ ਜਪੋਗੇ। ਸੋ ਸਾਰਿਆਂ ਦੇ ਧੰਨਵਾਦ ਹੈ ਜੋ ਬੜੇ ਪਿਆਰ ਸਹਿਤ ਬੈਠ ਕੇ ਗੁਰਬਾਣੀ ਵਿਚਾਰ ਸੁਣਦੇ ਹੋ। ਆਪ ਅਰਦਾਸ ਕਰੋ ਦਾਸ ਕੂਕਰ ਦੀ ਵੀ ਕਿ ਜੋ ਗਾਵਿਆ ਸੁਣਿਆ ਹੈ ਅਸੀਂ ਉਹਦੇ ਉੱਤੇ ਚੱਲ ਪਾਈਏ। ਇਤਨੀ ਗੁਰੂ ਮਹਾਰਾਜ ਕਿਰਪਾ ਕਰਨ। ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੋ ਆਪ ਰੋਜ਼ਾਨਾ ਇਸ ਜੂਮ ਰਾਹੀਂ ਆਪ ਬੈਠ ਕੇ ਸਤਿਗੁਰੂ ਦੀ ਬਾਣੀ ਦਾ ਮਿੱਠਾ ਆਨੰਦ ਲੈਂਦੇ ਹੋ। ਮਹਾਰਾਜ ਸਭ 'ਤੇ ਕਿਰਪਾ ਕਰਨ। ਜੋ ਗਾਵਿਆ ਸੁਣਿਆ ਹੈ ਉਹ ਹਿਰਦੇ ਵਿੱਚ ਵਸਾਈਏ ਅਤੇ ਜੀਵਨ ਵਿੱਚ ਇਸ ਨੂੰ ਅਮਲੀ ਜੀਵਨ, ਜਿਹਨੂੰ ਇੰਪਲੀਮੈਂਟ ਅਸੀਂ ਇਹਦੇ ਉੱਤੇ ਕਰ ਹੋਈਏ ਤਾਂ ਕਿ ਲੋਕ ਸੁਖੀਏ ਪਰ ਲੋਕ ਸੁਹੇਲਾ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।